कोरोना महामारी ने जिथे पूरी दुनिया 'ਚ तरथली मचा दी, उत्थे ही किसानां नूं भी इस महामारी नाल बहुत नुकसान झेलना पिया। प्रवासी मजदूर कोरोना कर्फ्यू दौरान अपने सूबिਆਂ ਨੂੰ वापस चले गए ਤੇ किसानां ਨੂੰ सरकार ਵੱਲੋਂ सबसिडी ਤੇ ਮੁਹੱਈਆ ਕਰਵਾਈਆਂ DSR ਮਸ਼ੀਨਾਂ ਦੀ ਖਰੀਦ ਕਰਨੀ ਪਈ, ਜਿਸ ਨਾਲ ਕਿਸਾਨਾਂ ਨੇ ਝੋਨੇ ਦੀ ਬਿਜਾਈ ਸਿੱਧੇ ਤਰੀਕੇ ਨਾਲ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਕਾਰ ਦੇ ਕਹਿਣ ਤੇ ਝੋਨੇ ਦੀ ਬਿਜਾਈ ਲਈ DSR ਮਸ਼ੀਨਾਂ ਖਰੀਦੀਆਂ ਸਨ, ਜਿਸ ਦੀ ਕੀਮਤ 80,000 ਰੁਪਏ ਦੇ ਕਰੀਬ ਸੀ ਤੇ ਉਸ ਮਸ਼ੀਨ ਦੀ ਖਰੀਦ ਤੇ ਸਰਕਾਰ ਨੇ ਉਹਨਾਂ ਨੂੰ 50% ਸਬਸਿਡੀ ਦੇਣੀ ਸੀ। ਹੁਣ ਕਿਸਾਨਾਂ ਦਾ ਦੋਸ਼ ਹੈ ਕਿ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਮਸ਼ੀਨ ਦੀ ਸਬਸਿਡੀ ਨਹੀਂ ਦਿੱਤੀ। ਅਸੀਂ ਬਿਜਾਈ ਸਿੱਧੀ ਕਰੀ ਐਕਟੀ 12 ਕਿੱਲੇ ਤੇ ਜਿਹਦੇ ਵਿੱਚੋਂ 1 ਕਿੱਲਾ ਅਸੀਂ ਜਿਹੜਾ ਹੈਗਾ ਦੂਸਰੇ ਲੋਟ ਲਾਇਆ, ਉਹ 1509 ਦਾ ਲਾਇਆ ਲੇਬਰ ਦੇ ਨਾਲ। DSR ਸਾਡੀ ਠੀਕ ਖੜੀ ਹੈ ਜੀ। ਗੱਲ ਕਰ ਵੀ ਸਾਨੂੰ ਗੌਰਮੈਂਟ ਨੇ ਕੋਈ ਸਹਾਇਤਾ ਨਹੀਂ ਕੀਤੀ ਇਹਦੀ। ਆਏ ਨੇ ਜੀ 1-2 ਵਾਰ ਦੇਖ ਕੇ ਚਲੇ ਗਏ, ਕੋਈ ਇਹਨਾਂ ਦਾ ਕੋਈ ਉਹ ਨਹੀਂ ਹੈਗਾ, ਨਾ ਹੀ ਸਾਨੂੰ ਕੋਈ ਸਬਸਿਡੀ ਨਹੀਂ ਮਿਲੀ। ਇਹਦੇ ਵਿੱਚ ਅਸੀਂ ਜਿਹੜੇ ਪੈਸੇ ਲਾਏ ਨੇ ਉਹ ਸਾਰੇ ਅਸੀਂ ਆਪਦੇ ਕੋਲ ਲਾ ਕੇ ਲਏ ਨੇ, ਸਾਨੂੰ ਕੋਈ ਸਬਸਿਡੀ ਨਹੀਂ ਮਿਲੀ। ਪਹਿਲਾਂ ਕਹਿੰਦੇ ਸੀ ਸਬਸਿਡੀ ਮਿਲੂਗੀ, ਹੁਣ ਸਾਨੂੰ ਕੋਈ ਸਬਸਿਡੀ ਨਹੀਂ ਦਿੱਤੀ ਗਈ। 50% ਕਹਿੰਦੇ ਸੀ। ਸਾਡੀ DSR ਆਈ ਹੈ 75,000 ਦੀ, ਜੋ ਕਿ ਜੇ ਊਂ ਲੈਂਦੇ ਅਸੀਂ ਬਿਨਾਂ ਇਹਨਾਂ ਤੋਂ ਮਹਿਕਮੇ ਦੇ ਥਰੂ ਨਾ ਲੈਂਦੇ ਤਾਂ ਸਾਨੂੰ ਉਹ 40-45,000 ਦੀ ਮਸ਼ੀਨ ਆਮ ਮਿਲਦੀ ਸੀ। ਹਾਂ ਜੀ ਹਾਂ, ਇਹਦੇ 'ਚ ਕੋਈ ਉਹ ਨਹੀਂ ਹੈਗਾ। ਜਿਹੜੀ ਚੀਜ਼ 40-45,000 ਦੀ ਆ ਉਹ ਸਬਸਿਡੀ ਦੇ ਨਾਂ 'ਤੇ 70-75,000 80,000 ਕਰਕੇ ਵੇਚੀ ਗਏ ਨੇ। ਬਚਤ ਲੇਬਰ ਸਾਡੇ ਚੱਲੀ ਆ ਜੀ 5,000 ਰੁਪਈਆ ਚੱਲਿਆ ਤੇ ਕਿੱਲੇ ਦਾ, ਤੇ ਇਹਦੇ 'ਚ ਤੁਸੀਂ ਲਾ ਲਓ ਵੀ ਸਾਡਾ ਇਹਦੇ 'ਚ ਵਾਹ ਵਹਾਈ ਤੇ ਹੋਰ ਤੇ 500-600 ਰੁਪਈਆ ਸਾਡਾ ਕਿੱਲੇ ਤੇ ਖਰਚ ਆਇਆ ਹੋਊਗਾ। ਸਬਸਿਡੀ ਸਾਡੇ ਵਿੱਚ ਰਹੇਗੀ, ਸਾਨੂੰ ਸਬਸਿਡੀ ਕੋਈ ਉਹ ਨਹੀਂ ਕਰੀ। ਕਿਸੇ ਨੇ ਫੋਨ ਕਰੀ ਗਏ ਨੇ ਸਬਸਿਡੀ ਦੇਵਾਂਗੇ, ਕੋਈ ਸਾਨੂੰ ਸਬਸਿਡੀ ਦਾ ਅੱਜ ਤੱਕ ਕੋਈ ਪਤਾ ਨਹੀਂ ਲੱਗਿਆ ਕਿੱਥੇ ਹੈ ਕਿੱਥੇ ਨਾ। ਦੇਖੋ, ਜਿਹੜੀ DSR ਨਾਲ ਮਸ਼ੀਨਾਂ ਨਾਲ ਬਿਜਾਈ ਹੋਈ ਸੀ, ਲੇਬਰਾਂ ਕਨੀਓ ਦਿੱਕਤ ਨੂੰ ਸਮਝਦੇ ਹੋਏ ਲੋਕਾਂ ਨੇ ਸਾਰਿਆਂ ਨੇ ਬਹੁਤ ਨੇ ਮਸ਼ੀਨਾਂ ਖਰੀਦੀਆਂ। ਪਰ ਉਸ ਟਾਈਮ ਤਾਂ ਸਾਰੇ ਜ਼ਿਮੀਂਦਾਰ ਅਸੀਂ ਇਹ ਡਰਦੇ ਤੇ ਵੀ ਇਹ ਫਸਲਾਂ ਹੋ ਜਾਣਗੀਆਂ, ਕਿਉਂਕਿ ਅਸੀਂ ਪਹਿਲਾਂ ਤੋਂ ਵੀ ਰਵਾਇਤੀ ਖੇਤਾਂ ਦੂਸਰੀਆਂ ਫਸਲਾਂ ਨੂੰ ਤਰਜੀਹ ਦੇ ਰਹੇ ਹਾਂ ਸੀ, ਜਿਹਦੇ ਵਿੱਚ ਔਰਗੈਨਿਕ ਖੇਤੀ ਵੀ ਹੈ ਜਾਂ ਗੰਨਾ ਵੀ ਹੈ। ਜੇ ਤੇ ਇਸ ਵਾਰੀ ਅਸੀਂ ਖੇਤੀਬਾੜੀ ਯੂਨੀਵਰਸਿਟੀ ਦੇ ਜਿਹੜੇ ਚੀਫ ਨੇ ਜਸਵਿੰਦਰ ਗਰੇਵਾਲ ਜੀ ਜਾਂ ADO ਨੇ ਧੂਰੀ ਜਸਵਿੰਦਰ ਜੀ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਨੇ ਸਿੱਧੀ ਬਿਜਾਈ ਇਸ ਵਾਰੀ ਕੀਤੀ। ਮੈਂ 14 ਏਕੜ ਦੀ ਖੇਤੀ ਕਰ ਰਿਹਾ ਆਪ, ਅਤੇ ਇਸ ਵਾਰੀ ਮੈਂ 5 ਏਕੜ ਦੀ ਬਿਜਾਈ ਕੀਤੀ। ਪਹਿਲਾਂ ਤਾਂ ਮੈਨੂੰ ਇਹ ਲੱਗਿਆ ਵੀ ਇਹ ਖੇਤੀ ਸਿਰੇ ਨਹੀਂ ਚੜ੍ਹਨੀ। ਉਹਦੇ ਵਿੱਚ ਥੋੜ੍ਹੇ ਜਿਹੇ ਨਦੀਨ ਵੀ ਜ਼ਿਆਦਾ ਆ ਗਏ। ਨਦੀਨ ਜ਼ਿਆਦਾ ਹੋਣ ਦੇ ਮੇਨ ਕਾਰਨ ਸੀਗੇ ਵੀ ਅਸੀਂ ਨਵੇਂ ਇਸ ਚੀਜ਼ ਨਾਲ ਜੁੜੇ ਤੇ ਵੀ ਸਾਨੂੰ ਇਹਦੇ ਬਾਰੇ ਜਾਣਕਾਰੀ ਨਹੀਂ ਤੀ ਉਨੀ। ਅਤੇ ਉਸ ਤੋਂ ਬਾਅਦ ਨਦੀਨਾਂ 'ਤੇ ਜੋ ਲੇਬਰ ਪਈ, 5 ਏਕੜ 'ਚੋਂ ਸਾਨੂੰ 2 ਏਕੜ ਦੀ ਲੇਬਰ ਪਈ ਉਹ 'ਤੇ। ਪਰ ਸਾਨੂੰ ਉਦੋਂ ਡਰ ਸੀਗਾ ਵੀ ਇਹ ਖੇਤੀ ਕਾਮਯਾਬ ਹੋ ਜੂ, ਪਰ ਅੱਜ ਦੇ ਹਾਲਾਤ ਦੇਖ ਕੇ ਸਾਨੂੰ ਇਹ ਲੱਗਦਾ ਵੀ ਸਾਨੂੰ ਅੱਗੇ ਵਾਸਤੇ ਇਹਨੂੰ ਹੋਰ ਵੀ ਵਧਾਉਣਾ ਪਊਗਾ। ਅਤੇ ਦੂਸਰੀ ਮੰਗ ਇਹ ਹੈ ਵੀ ਸਰਕਾਰ ਨੇ ਉਦੋਂ DSR ਮਸ਼ੀਨਾਂ 'ਤੇ ਸਬਸਿਡੀ ਨੂੰ ਤਰਜੀਹ ਦਿੱਤੀ ਸੀ ਵੀ ਤੁਸੀਂ ਲਵੋ। ਵੀ ਅਸੀਂ ਨੇ ਸੁਸਾਇਟੀ ਦੇ ਵਿੱਚ ਵੀ ਖਰੀਦੀਆਂ, ਸਾਡੇ ਜ਼ਿਮੀਂਦਾਰਾਂ ਨੇ ਵੀ ਖਰੀਦੀਆਂ, ਪਰ ਅੱਜ ਤੱਕ ਸਾਨੂੰ ਉਹਦੀ ਸਬਸਿਡੀ ਨਹੀਂ ਆਈ। ਸਰਕਾਰ ਨੂੰ ਅਸੀਂ ਬੇਨਤੀ ਵੀ ਕਰਦੇ ਹਾਂ, ਦੇਖੋ ਜੇ ਅੱਗੇ ਵਾਸਤੇ ਇਹ ਚੀਜ਼ਾਂ ਨੂੰ ਵਧਾਉਣਾ ਤਾਂ ਸਬਸਿਡੀਆਂ ਦੇਣ। ਹੁਣ ਜੀਰੀ ਤੋਂ ਬਾਅਦ ਹੁਣ ਸੁਪਰ ਸੀਡਰ 'ਤੇ ਸਰਕਾਰ ਤਰਜੀਹ ਦੇ ਰਹੀ ਆ ਵੀ ਸੁਪਰ ਸੀਡਰ ਖਰੀਦੋ। ਅਸੀਂ ਨੇ ਸੁਸਾਇਟੀਆਂ ਦੇ ਤਰਫੋਂ ਵੀ ਅਪਲਾਈ ਕੀਤੇ ਨੇ, ਪਰ ਅਸੀਂ ਬੇਨਤੀ ਇਹ ਕਰਦੇ ਹਾਂ ਵੀ ਕਿਤੇ ਪੁਰਾਣੀ DSR ਮਸ਼ੀਨਾਂ ਦੀ ਤਰਫ ਵਾਂਗੂ ਸਬਸਿਡੀ ਕਿਤੇ ਜੇ ਨਾ ਆਈ, ਸਾਡੇ 'ਤੇ ਉਸ ਲੋਹੇ ਦਾ ਵਜਨ ਪੈ ਜਾਣਾ ਵੀ ਅਸੀਂ ਉਹਦੇ 'ਚ ਸਾਨੂੰ ਨੌਬਤ ਆ ਸਕਦੀ ਹੈ ਖਰਚੇ ਪੱਖੋਂ। ਉੱਥੇ ਹੀ ਹੋਰ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਝੋਨਾ ਲਵਾਉਣ ਲਈ ਮਜ਼ਦੂਰਾਂ ਦਾ ਖਰਚਾ ਘੱਟ ਪੈਣਾ ਸੀ। ਜੋ ਸਬਸਿਡੀ ਸਰਕਾਰ ਵੱਲੋਂ ਉਹਨਾਂ ਨੂੰ ਦਿੱਤੀ ਜਾਣੀ ਸੀ, ਉਹ ਨਾ ਮਿਲਣ ਕਰਕੇ ਉਹਨਾਂ ਦਾ ਨੁਕਸਾਨ ਹੋਇਆ। ਮੈਂ ਜੀ 27 ਏਕੜ ਦੀ ਖੇਤੀ ਕਰਦਾ, ਸਾਰੀ 'ਚ ਮੈਂ ਝੋਨਾ ਲਾਉਣਾ, ਅਤੇ ਇਸ ਵਾਰ ਮੈਂ 12 ਏਕੜ ਦੇ ਵਿੱਚ ਸਿੱਧੀ ਬਿਜਾਈ ਕਰੀ DSR ਨਾਲ। ਅਤੇ ਪਿਛਲੀ ਵਾਰੀ ਮੈਂ 5 ਏਕੜ ਲਾਈ ਸੀ, ਉਹ ਕਾਮਯਾਬ ਰਿਹਾ ਮੇਰਾ, ਬਰਾਬਰ ਯਾਨੀ ਕਿ ਦੂਜੀ ਜੀਰੀ ਦੇ ਬਰਾਬਰ ਹੀ ਝਾੜ ਰਿਹਾ। ਇਸ ਕਰਕੇ ਇਸ ਵਾਰੀ ਮੈਂ 12 ਏਕੜ ਕਰਿਆਗਾ, ਯਾਨੀ ਕਿ ਕੁੱਲ ਮਿਲਾ ਕੇ ਦੂਜੀ ਜੀਰੀ ਨੂੰ ਇਹਦਾ ਖਰਚਾ ਵੀ ਘੱਟਦਾ ਅਤੇ ਝਾੜ ਤਕਰੀਬਨ ਬਰਾਬਰ ਰਹਿ ਜਾਂਦਾ ਹੈਗਾ। ਹੁਣ ਦੇਖੋ ਜੀ 4200 ਰੁਪਈਆ ਏਕੜ ਦਾ ਦਿੱਤਾ ਹੈਗਾ, ਆਪਾਂ ਨੇ ਲੇਬਰ ਲਵਾਈ ਦਿੱਤੀ ਹੈਗੀ। ਮੇਰਾ 12 ਏਕੜ ਦੇ ਹਿਸਾਬ ਨਾਲ ਮੇਰਾ ਤਕਰੀਬਨ 48-49 ਹਜ਼ਾਰ ਲੇਬਰ ਦਾ ਬਣਦਾ ਸੀ, ਉਹ ਸਿੱਧੀ ਮੇਰੀ ਬਚਤ ਹੋ ਗਈ। ਅਤੇ ਇਹਦੇ ਵਿੱਚ 1 ਏਕੜ ਦੇ ਵਿੱਚ 300 ਰੁਪਏ ਦਾ ਖਰਚਾ ਆਉਂਦਾ ਹੈਗਾ ਬੀਜਣ ਦਾ। ਮੈਂ ਇਹਦੇ ਵਿੱਚ ਜਿਹੜੀ ਮੇਰੀ ਪੂਸਾ ਪੀਲੀ ਪੂਸਾ ਬੀਜੀ ਹੋਈ ਹੈਗੀ,
25 ਬਿੱਗੇ ਮੇਰੀ ਇਹ ਹੈਗਾ, ਇਹਦੇ ਵਿੱਚ ਮੈਂ 3 ਸਪਰੇਆਂ ਲੋਹੇ ਦੀਆਂ ਕਰੀਆਂ ਨੇਗੀਆਂ। ਉਹਦੇ ਲਾ ਲਓ ਵੀ ਏਕੜ ਦੇ ਵਿੱਚ 1 ਕਿਲੋ ਲੋਹਾ ਪੈਂਦਾ, 1 ਕਿਲੋ ਹੀ ਜ਼ਿੰਕ ਪੈਂਦਾ ਹੈਗਾ। ਉਹ 100 ਰੁਪਏ ਦੀ ਏਕੜ ਦੇ ਵਿੱਚ ਸਪਰੇਅ ਹੁੰਦੀ ਹੈਗੀ। ਆਪਦੇ ਪੰਪ ਨਾਲ, ਵੱਡਾ ਪੰਪ ਆ ਸਾਡੇ ਕੋਲ ਸਪਰੇਅ ਵਾਲਾ, ਆਪਦੇ ਪੰਪ ਨਾਲ ਆਪਦੇ ਬੰਦੇ ਨਾਲ ਕਰੀਏ। ਲੇਬਰ ਦਾ ਕੋਈ ਸਾਡੇ ਤੇ ਖਰਚਾ ਨਹੀਂ ਪਿਆ ਹੈਗਾ, ਕਿਉਂ ਉਹ ਵੀ ਅਸੀਂ ਵਿਹਲੀ ਫਿਰਨਾ ਜੀ। ਤੇ 3 ਸਪਰੇਆਂ ਕਰੀਆਂ, 300 ਰੁਪਇਆ ਮੇਰਾ ਇਹ ਲਾ ਲਓ, 400 ਲਾ ਲਓ ਵੀ ਇਹ ਖਰਚਾ ਆਇਆ ਮੇਰਾ ਸਪਰੇਅ ਦਾ ਪ੍ਰਤੀ ਏਕੜ। ਹੋਰ ਕੋਈ ਖਰਚਾ ਨਹੀਂ ਕਰਿਆ। ਜਿਹੜੀ ਮੇਰੀ 28,29 ਬੀਜੀ ਹੋਈ ਹੈਗੀ, ਉਹਦੇ ਪਰ ਸਿਰਫ ਮੈਂ 1 ਸਪਰੇਅ ਕਰੀ ਹੈਗੀ ਜ਼ਿੰਕ ਲੋਹੇ ਦੀ। ਦੂਜੀ ਫਸਲ ਨੂੰ ਆਹ ਦੇਖ ਲਓ, ਤੁਹਾਡੇ ਸਾਹਮਣੇ ਹੈਗੀ, ਨਾਲ ਹੀ ਸਾਡੀ ਦੂਸਰੀ ਲਾਈ ਹੋਈ ਖੜੀ ਆ, ਉਹ 'ਚ ਵਿੱਚ ਵੜ ਕੇ ਦੇਖ ਲਾਂਗੇ, ਆਪੇ ਤੁਹਾਨੂੰ ਪਤਾ ਲੱਗ ਜੂ ਵੀ ਕਿੰਨਾ ਫਰਕ ਹੈ ਕਿੰਨਾ ਨਾ। ਹੁਣ ਇਹ ਦੇਖੋ ਜੀ, ਇਹ ਕਿਸਾਨਾਂ ਦੀ ਬਦਕਿਸਮਤੀ ਹੈ ਵੀ ਜਿਹੜੀਆਂ ਆਪਾਂ ਨਲਾਇਕ ਸਰਕਾਰਾਂ ਚੁਣ ਲੈਂਦੇ ਆਂਗੇ। ਇਹਨਾਂ ਨੇ ਪਹਿਲਾਂ ਸਾਨੂੰ ਕਿਹਾ ਵੀ ਤੁਸੀਂ ਆਪਦੀਆਂ ਮਸ਼ੀਨਾਂ ਲਓ, ਤੁਹਾਡੇ ਉੱਪਰ ਤੁਹਾਨੂੰ ਸਬਸਿਡੀ ਦੇਵਾਂਗੇ। ਸਬਸਿਡੀ ਦਾ ਲਾਲਚ ਦੇ ਕੇ ਲੇਕਿਨ ਲਏ ਇਹ ਆਪ ਮਿਸਤਰੀ ਲੈ ਜਾਂਦੇ। 45,000 ਦੀ ਮਸ਼ੀਨ ਸੀ, ਉਹ ਇਹਨਾਂ ਨੇ 75,000 ਦੀ ਲਾਤੀ। ਸਬਸਿਡੀ ਵੇਲੇ ਮੁੱਕਰ ਗਏ, ਕੈਪਟਨ ਉਹਦੇ ਪਹਾੜਾਂ 'ਚ ਬੈਠੇ ਮੁੱਕਰ ਗਏ, ਸਾਡੇ ਕੋਲ ਕੋਈ ਪੈਸਾ ਨਹੀਂ, ਆਪ ਸਾਰਾ ਕੁਝ ਖਾ ਜਾਂਦੇ ਨੇਗੇ। ਸਬਸਿਡੀ ਕੋਈ ਸਬਸਿਡੀ ਨਹੀਂ ਰਹੀ, ਸਿੱਧੇ ਹੱਥ ਖੜੇ ਕਰਤੇ। ਤੇ ਹੁਣ ਇਹ ਕਹਿੰਦੇ ਵੀ DSR ਲਓ, ਉਹ ਤੇ ਸੁਪਰ ਸੀਡਰ ਲਓ, ਸੁਪਰ ਸੀਡਰ ਤੇ ਤੁਹਾਨੂੰ ਦੇਵਾਂਗੇ 50%। ਮੇਰਾ ਖਿਆਲ ਹੈ ਵੀ ਦੇਣੀ ਇਹਨਾਂ ਨੇ ਉਹਦੇ ਵੀ ਹੈ ਨਹੀਂ। ਸਾਡਾ ਉਹ ਵੀ ਅਪਲਾਈ ਕਰਿਆ ਹੈਗਾ, ਪਹਿਲਾਂ ਅਸੀਂ 75,000 ਦੀ ਇਹ ਲੈ ਕੇ ਹਟਿਆਂਗੇ। ਉਹ ਜਾਨੀ ਵਾਧੂ ਸਾਡੇ ਤੇ ਲੋਹਾ ਇਕੱਠਾ ਕਰੀ ਜਾਂਦੇ ਹੈਗੇ ਸਬਸਿਡੀ ਦੇ ਲਾਲਚ 'ਚ। ਸਬਸਿਡੀ ਸਾਨੂੰ ਇਹ ਨਾ ਦੇਣ ਸਰਕਾਰ, ਪਰ ਉਹਦੇ ਥਾਵੇਂ ਮਿਸਤਰੀਆਂ ਨੂੰ ਕਹਿ ਕੇ ਜਿਹੜੇ ਫਰਮਾਂ ਬਣਦੇ ਨੇ ਸਾਡਾ ਰੇਟਿੰਗ ਕੰਟਰੋਲ 'ਚ ਰੱਖ ਲਿਆ ਕਰਨ। ਜਿਹੜੀ 45,000 ਦੀ ਮਸ਼ੀਨ ਤਿਆਰ ਹੁੰਦੀ ਆ, ਉਹ ਇਹਨਾਂ ਨੇ 75,000 'ਚ ਸਾਨੂੰ ਦਿੱਤੀ ਹੈਗੀ। ਦੱਸੋ ਵੀ ਜ਼ਿਮੀਂਦਾਰ ਨੂੰ ਸਬਸਿਡੀ ਕਿੱਥੋਂ ਆ ਗਈ? ਜ਼ਿਮੀਂਦਾਰ ਨੂੰ ਸਿਰਫ ਇਹ ਸਬਸਿਡੀ ਦੇ ਨਾਂ 'ਤੇ ਬਦਨਾਮ ਕਰਦੇ ਨੇਗੇ। ਸਬਸਿਡੀ ਇਹ ਆਪ ਲੈ ਜਾਂਦੇ ਜਾਂ ਫਰਮ ਵਾਲੇ ਲੈ ਜਾਂਦੇ ਨੇਗੇ। ਸੁਪਰ ਸੀਡਰ ਹੁਣ ਇਹਨਾਂ ਨੇ 2,20,000 ਇਹਨੇ ਰੇਟ ਰੱਖਤਾ। ਉਹਦੀ ਕੀਮਤ ਇਹ ਟੋਟਲ ਤੁਸੀਂ ਦੇਖ ਲਓ, ਇਮਾਨਦਾਰੀ ਨਾਲ ਮਿਲਾ ਕੇ ਦੇਖ ਲਓ, ਉਹਦੇ 1,10,20,000 ਰੁਪਏ ਸਾਰਾ ਖਰਚਾ ਉਹਦਾ ਰੇਟ ਬਣਨਾ ਚਾਹੀਦਾ। ਖਰਚਾ ਤਾਂ ਘੱਟ ਜਾਊਗਾ। ਹਾਂ, ਫਸਲ ਦੇ ਵਿੱਚ ਕੋਈ ਦਿੱਕਤ ਨਹੀਂ, ਕਿਸਾਨਾਂ ਨੂੰ ਬੀਜਣੀ ਵੀ ਚਾਹੀਦੀ ਹੈਗੀ। ਇਹ ਹੁਣ ਸਾਡੇ ਖੇਤ ਵਿੱਚ ਆ ਕੇ ਖੇਤੀਬਾੜੀ ਵਾਲੀ ਆ ਕੇ ਦੇਖ ਚੈੱਕ ਕਰਕੇ ਗਏ ਨੇਗੇ। ਜਾਨੀ ਜਿੰਨਾ ਨੂੰ ਗੇੜਾ ਮਾਰਨਾ ਚਾਹੀਦਾ ਉਹਨਾਂ ਨਹੀਂ ਮਾਰਿਆ ਹੈਗਾ। ਖੇਤੀਬਾੜੀ ਮਹਿਕਮੇ ਨੇ ਜਦੋਂ ਅਸੀਂ ਬੁਲਾਉਂਦੇ ਸੀ ਉਦੋਂ ਜ਼ਰੂਰ ਆਉਂਦੇ ਰਹੇ ਨੇ। ਆਪਣੇ ਆਪ ਉਹਨਾਂ ਨੇ ਕੋਈ ਨਹੀਂ ਦੇਖਿਆ ਵੀ ਅਸੀਂ ਬਜਾਈ ਆ ਕੇ ਬਜਾਈ ਉਹਨਾਂ ਨੇ ਆਪ ਸੀ, ਪਰ ਦੁਬਾਰੇ ਉਹਨਾਂ ਨੇ ਗੇੜਾ ਨਹੀਂ ਮਾਰਿਆ। ਅਸੀਂ ਜਦੋਂ ਉਹਨਾਂ ਨੂੰ ਫੋਨ ਕਰਦੇ ਸੀ ਉਦੋਂ ਜ਼ਰੂਰ ਆਏ ਨੇਗੇ। ਆਪਦੇ ਆਪ ਉਹਨਾਂ ਨੇ ਕੋਈ ਨਹੀਂ ਦੇਖਿਆ ਵੀ ਅਸੀਂ ਬਜਾ ਕੇ ਆਏ, ਚੈੱਕ ਵੀ ਕਰ ਲਿਆ ਵੀ ਜ਼ਿਮੀਂਦਾਰ ਹੈਗਾ ਜਾਂ ਮਰ ਗਿਆ। ਇਹ ਉੱਥੇ ਦਫ਼ਤਰਾਂ 'ਚ ਬੈਠੇ ਆਪਦਾ ਗੱਲ ਮੇਰੀ ਕੌੜੀ ਲੱਗੂਗੀ, ਤਨਖਾਹਾਂ ਲਈ ਜਾਂਦੇ ਨੇਗੇ। ਉਧਰ ਇਸ ਮਾਮਲੇ 'ਚ ਸੰਗਰੂਰ ਖੇਤੀਬਾੜੀ ਵਿਭਾਗ ਦੇ ਚੀਫ ਡਾਕਟਰ ਜਸਵਿੰਦਰਪਾਲ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜਦੋਂ ਸਰਕਾਰ ਵੱਲੋਂ ਉਹਨਾਂ ਨੂੰ ਸਬਸਿਡੀ ਦਾ ਪੈਸਾ ਭੇਜਿਆ ਜਾਵੇਗਾ ਤਾਂ ਉਹ ਸਿੱਧੇ ਤੌਰ ਤੇ ਮਸ਼ੀਨਾਂ ਖਰੀਦਣ ਵਾਲੇ ਕਿਸਾਨਾਂ ਦੇ ਖਾਤਿਆਂ 'ਚ ਪਾ ਦਿੱਤਾ ਜਾਵੇਗਾ। ਇਸ ਵਾਰੀ ਜਿਹੜਾ ਮਤਲਬ ਜ਼ਿਲ੍ਹਾ ਸੰਗਰੂਰ ਦੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰੋਨਾ ਮਹਾਮਾਰੀ ਕਰਕੇ ਕਿਸਾਨਾਂ ਨੇ ਮਤਲਬ ਸਿੱਧੀ ਬਿਜਾਈ ਵੱਲ ਆਪਣਾ ਰੁਝਾਨ ਕਾਫੀ ਜ਼ਿਆਦਾ ਦਿਖਾਇਆ। ਇਸ ਦੇ ਨਾਲ ਮਤਲਬ ਜਿਹੜੇ ਹੈਗੇ ਆ, ਜਿਹੜੇ ਸਾਡੇ ਲਾਗਤ ਖਰਚੇ ਨੇ ਉਹ ਵੀ ਮਤਲਬ ਕਾਫੀ ਘੱਟ ਹੋਏ ਨੇ। ਜਿਸ ਤਰ੍ਹਾਂ ਕਿ ਪ੍ਰਤੀ ਏਕੜ 3500 ਰੁਪਏ ਤੋਂ ਲੈ ਕੇ 5,000 ਰੁਪਏ ਤੱਕ ਦਾ ਜਿਹੜਾ ਕਿਸਾਨੀ ਖਰਚਾ ਜਿਹੜਾ ਉਹ ਘੱਟ ਹੋਇਆ। ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਸਾਡਾ ਮਤਲਬ ਵੀ ਪਿਛਲੇ ਸਾਲ, ਜਿਹੜਾ ਮੈਂ ਤੁਹਾਨੂੰ ਪਿਛਲੇ ਸਾਲ ਦੇ ਰਕਬੇ ਦੀ ਗੱਲ ਕਰਾਂ, ਪਿਛਲੇ ਸਾਲ ਮਤਲਬ ਵੀ ਸਿੱਧੀ ਬਿਜਾਈ ਤਹਿਤ ਮਤਲਬ ਜਿਹੜਾ ਝੋਨੇ ਦਾ ਰਕਬਾ ਸੀਗਾ ਉਹ ਸਿਰਫ 700 ਹੈਕਟੇਅਰ ਰਕਬਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਮਤਲਬ ਵੀ ਬੀਜਿਆ ਗਿਆ ਸੀਗਾ। ਜਦ ਕਿ ਇਸ ਸਾਉਣੀ ਦੀ ਫਸਲ ਦੇ ਵਿੱਚ ਇਹ ਆਪਣਾ 27,680 ਹੈਕਟੇਅਰ ਰਕਬਾ ਜਿਹੜਾ ਉਹ ਇਸ ਸਾਲ ਬੀਜਿਆ ਗਿਆ, ਜੋ ਕਿ 350 ਗੁਣਾ ਤੋਂ ਵੀ ਜ਼ਿਆਦਾ ਰਕਬਾ ਮਤਲਬ ਵੀ ਹੈਗਾ। ਤੇ ਇਹਦੇ ਵਿੱਚ ਮੈਂ ਇਹ ਵੀ ਦੱਸਣਾ ਚਾਹੁੰਦਾ ਵੀ ਜਿਹੜੇ ਕਿਸਾਨ ਭਰਾ ਨੇ ਇਸ ਤਰ੍ਹਾਂ ਮਤਲਬ ਵੀ DSR ਨਾਲ ਬਿਜਾਈ ਕਰਕੇ, ਇੱਕ ਤਾਂ ਮਤਲਬ ਵੀ ਸਾਡੀ ਜਿਹੜੀ ਫਸਲ ਆ ਉਹ ਬਹੁਤ ਅੱਛੀ ਹੋਈ ਆ। ਖੇਤੀ ਖਰਚੇ ਘੱਟ ਨੇ, ਖੇਤੀ ਖਰਚੇ ਦੇ ਨਾਲ ਨਾਲ ਜਿਹੜਾ ਪਾਣੀ ਦਾ ਮਤਲਬ ਜਿਹੜਾ ਲੈਵਲ ਆ ਸਾਡਾ ਦਿਨੋਂ ਦਿਨ ਨੀਚੇ ਜਾ ਰਿਹਾ, ਉਹਦੇ ਉੱਤੇ ਵੀ ਕੰਟਰੋਲ ਹੋਇਆ। ਕਿਉਂਕਿ ਇਸ ਤਰ੍ਹਾਂ ਬਿਜਾਈ ਕਰਨ ਨਾਲ ਸਾਡਾ ਜਿਹੜਾ 15 ਤੋਂ 20% ਪਾਣੀ ਆ ਉਹਦੀ ਮਤਲਬ ਕਿ ਬੱਚਤ ਹੋਈ ਆ। ਤੇ ਕਿਸਾਨਾਂ ਨੇ ਇਸ ਮਤਲਬ ਵੀ ਤਕਨੀਕ ਨੂੰ ਕਰੋਨਾ ਵਜ੍ਹਾ ਦੇ ਕਾਰਨ ਮਤਲਬ ਵੀ ਇਸ ਵਾਰੀ ਮਤਲਬ ਵੀ ਲੇਬਰ ਜਿਹੜੀ ਸਾਡੇ ਪੰਜਾਬ ਦੇ ਵਿੱਚ ਘੱਟ ਆਈ ਆ, ਪਰੰਤੂ ਕਿਸਾਨਾਂ ਨੇ ਮਤਲਬ ਵੀ ਜਿਹੜੀ DSR ਤਕਨੀਕ ਆ ਇਹਨੂੰ ਬਹੁਤ ਹੀ ਮਤਲਬ ਵੀ ਜਿਹੜਾ ਮਤਲਬ ਵੀ ਆਪਣੇ ਚੰਗੇ ਢੰਗ ਦੇ ਨਾਲ ਅਪਣਾਇਆ ਗਿਆ। ਤੇ ਸਾਨੂੰ ਇਹ ਵੀ ਆਸ ਆ ਵੀ ਜਿਹੜੇ ਆਉਣ ਵਾਲੇ ਅਗਲੇ ਸਾਉਣੀ ਦਾ ਸੀਜ਼ਨ ਆ, ਜਿਹੜਾ ਅਗਲੇ ਸਾਲ ਦਾ ਸਾਉਣੀ ਦਾ ਸੀਜ਼ਨ ਆ, ਉਹਦੇ ਵਿੱਚ ਕਿਸਾਨ ਇਹਨੂੰ ਬਹੁਤ ਹੀ ਚੰਗੀ ਤਰ੍ਹਾਂ ਇਹਨੂੰ ਮਤਲਬ ਵੀ ਅਡੋਪਟ ਕਰਨਗੇ, ਇਹਦੇ ਨਾਲ ਮਤਲਬ ਕਿ ਵੱਧ ਤੋਂ ਵੱਧ ਬਿਜਾਈ ਕਰਨਗੇ। ਇਹ ਸਾਡਾ ਜਿਹੜਾ ਹੈ ਜ਼ਿਲ੍ਹਾ ਸੰਗਰੂਰ ਦੇ ਵਿੱਚ DSR ਮਸ਼ੀਨਾਂ ਜਿਹੜੇ ਕਿਸਾਨਾਂ ਨੇ ਕੁੱਲ ਲਈਆਂ ਨੇ, ਉਹ 600 ਦੇ ਕਰੀਬ ਕਿਸਾਨਾਂ ਨੇ ਮਤਲਬ ਵੀ ਸਾਡੇ ਕੋਲ ਅਪਲਾਈ ਕੀਤਾ ਸੀ ਜਿਨ੍ਹਾਂ ਨੇ DSR ਮਸ਼ੀਨਾਂ ਲਈਆਂ ਨੇ। ਉਹਨਾਂ ਦੇ ਵਿੱਚੋਂ 10 ਫਰਮਾਂ ਜਿਹੜੀਆਂ ਸੀਗੀਆਂ ਅਪਰੂਵ ਹੋਈਆਂ ਨੇ ਗੌਰਮੈਂਟ ਵੱਲੋਂ, ਤੇ ਉਹ 10 ਫਰਮਾਂ ਜਿਹੜੀਆਂ ਅਪਰੂਵ ਹੋਈਆਂ ਉਹਦੇ ਵਿੱਚ ਸਾਡੇ ਕੋਲ 157 ਜਿਹੜੇ ਕੇਸ ਨੇ ਉਹ ਫਰਮਾਂ ਦੇ ਅਪਰੂਵ ਹੋ ਕੇ ਆਏ ਨੇ। ਉਹਨਾਂ ਦੇ ਉੱਤੇ ਅਸੀਂ 20,000 ਰੁਪਇਆ ਪ੍ਰਤੀ ਮਸ਼ੀਨ ਦੇ ਹਿਸਾਬ ਨਾਲ ਜਿਹੜੀ ਹੈਗੀ ਆ ਸਬਸਿਡੀ ਆ ਉਹ ਅਸੀਂ ਮਤਲਬ ਦੇਣੀ ਹੈ, ਜਿਹਦੀ ਕੀਮਤ ਮਤਲਬ 30,80,000 ਰੁਪਇਆ ਬਣ ਰਹੀ ਆ। ਉਹਦੇ ਬਾਰੇ ਸਰਕਾਰ ਵੱਲੋਂ ਜਿਹੜਾ ਹੈਗਾ ਉਹ ਸਾਨੂੰ ਟਾਰਗੇਟ ਦਿੱਤਾ ਸੀਗਾ, ਪਰੰਤੂ ਉਹ ਅਸੀਂ ਟਾਰਗੇਟ ਰਿਵਾਈਜ਼ ਕਰਨ ਵਾਸਤੇ ਭੇਜਿਆ। ਜਿਹੜੀਆਂ ਅਪਰੂਵਡ ਫਰਮਾਂ ਨੇ ਉਹਨਾਂ ਨੂੰ ਮਸ਼ੀਨਰੀ ਹੈ ਜਿਹੜੀ ਉਹ ਜਲਦੀ ਉਹਨਾਂ ਦੀ ਸਬਸਿਡੀ ਹੈ ਜਿਹੜੀ ਉਹ ਦੇ ਦਿੱਤੀ ਜਾਊਗੀ। ਨਹੀਂ, ਕੋਈ ਹਾਲੇ ਕਿਸੇ ਵੀ ਕਿਸਾਨ ਨੂੰ ਸਬਸਿਡੀ ਹੈ ਜਿਹੜੀ ਉਹ ਹਾਲੇ ਨਹੀਂ ਮਿਲੀ, ਪਰੰਤੂ ਜਦੋਂ ਵੀ ਪੰਜਾਬ ਸਰਕਾਰ ਵੱਲੋਂ
ਕਿ ਸਾਡੇ ਕੋਲ ਪੈਸਾ ਆਏਗਾ, ਉਹ ਅਸੀਂ ਉਹਨਾਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਪਾ ਦਿੱਤਾ। ਜਿੱਥੇ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਤੇ ਬਚੀ ਲੇਬਰ ਅਤੇ ਝੋਨੇ ਦੇ ਵਧੇ ਝਾੜ ਨੂੰ ਲੈ ਕੇ ਖੁਸ਼ ਨੇ, ਉੱਥੇ ਹੀ ਉਹਨਾਂ ਨੂੰ ਇਸ ਗੱਲ ਦਾ ਅਫਸੋਸ ਵੀ ਹੈ ਕਿ ਸਰਕਾਰ ਨੇ ਉਹਨਾਂ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਨਹੀਂ ਕੀਤਾ ਗਿਆ। ਹੁਣ ਕਿਸਾਨਾਂ ਨੂੰ ਉਡੀਕ ਹੈ ਕਿ ਕਦੋਂ ਸਰਕਾਰ ਉਹਨਾਂ ਦੇ ਖਾਤਿਆਂ 'ਚ DSR ਮਸ਼ੀਨਾਂ ਦੀ ਸਬਸਿਡੀ ਦਾ ਪੈਸਾ ਪਾਏਗੀ ਤਾਂ ਜੋ ਉਹਨਾਂ ਨੂੰ ਫਸਲ ਦੀ ਪੈਦਾਵਾਰ 'ਚ ਕਿਸੇ ਤਰ੍ਹਾਂ ਦਾ ਘਾਟਾ ਨਾ ਪੈ ਸਕੇ। ਹਕੀਕਤ TV ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।